ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਫॉर ਪੰਜਾਬੀ YouTube ਚੈਨਲ ਉੱਪਰ। ਇਸ ਚੈਨਲ 'ਤੇ ਆਪਾਂ ਪੰਜਾਬੀ UGC ਨੈੱਟ ਸੰਬੰਧੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਬਾਂਸਲ ਹੈ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ। ਦੋਸਤੋ, ਭਾਰਤੀ ਕਾਵਿ ਸ਼ਾਸਤਰ ਵਿੱਚ 6 ਸੰਪਰਦਾਵਾਂ ਨੂੰ ਸਥਾਨ ਮਿਲਿਆ ਹੈ। ਇਹ ਹਨ: ਨੰਬਰ 1 ਰਸ ਸੰਪਰਦਾਇ, ਧੁਨੀ ਸੰਪਰਦਾਇ, ਰੀਤੀ ਸੰਪਰਦਾਇ, ਅਲੰਕਾਰ ਸੰਪਰਦਾਇ, ਵਕ੍ਰੋਕਤੀ ਸੰਪਰਦਾਇ ਅਤੇ ਔਚਿਤਯ ਸੰਪਰਦਾਇ। ਇਹਨਾਂ ਬਾਰੇ ਵਿਸਥਾਰਪੂਰਵਕ ਚਰਚਾ ਕਰਨ ਤੋਂ ਪਹਿਲਾਂ ਇਹਨਾਂ ਦੀ ਉਤਪੱਤੀ ਦੇ ਆਧਾਰ ਬਾਰੇ ਜਾਣਨਾ ਜ਼ਰੂਰੀ ਹੈ ਕਿ ਕਿਉਂ ਇਹ ਸੰਪਰਦਾਇ ਇੱਕ ਦੂਸਰੇ ਦੇ ਵਿਰੋਧ ਵਿੱਚ ਜਾਂ ਪੂਰਕ ਵਜੋਂ ਹੋਂਦ ਵਿੱਚ ਆਏ। ਦੋਸਤੋ, ਇਹਨਾਂ ਪਿੱਛੇ ਤੱਤਪਰ ਪ੍ਰਸ਼ਨ ਹੈ ਕਾਵਿ ਦੀ ਆਤਮਾ। ਕਾਵਿ ਦੀ ਆਤਮਾ ਤੋਂ ਭਾਵ ਹੈ ਕਾਵਿ ਵਿਚਲਾ ਅਜਿਹਾ ਤੱਤ ਜਾਂ ਅੰਸ਼ ਜਿਹੜਾ ਉਸ ਵਿੱਚ ਨਿਰਾਲਾ ਸੁਹਾਣਾਪਣ ਅਤੇ ਅਨੋਖਾ ਸੌਂਦਰਯ ਪੈਦਾ ਕਰਦਾ ਹੈ ਅਤੇ ਜਿਸ ਕਾਰਨ ਕਾਵਿ ਦੇ ਸ਼ਬਦ ਅਰਥ ਲੌਕਿਕ ਸ਼ਬਦ ਅਰਥ ਨਾਲੋਂ ਵਿਲੱਖਣ ਹੋ ਕੇ ਸਰੋਤਿਆਂ ਅਤੇ ਪਾਠਕਾਂ ਨੂੰ ਇੱਕ ਚਮਤਕਾਰ ਅਤੇ ਵਿਸਮਾਦ ਵਿੱਚ ਗੜੂਦ ਦਿੰਦੇ ਹਨ। ਕਾਵਿ ਦੇ ਇਸੇ ਮੂਲ ਤੱਤ ਨੂੰ ਕਾਵਿ ਦੀ ਆਤਮਾ ਕਿਹਾ ਜਾਂਦਾ ਹੈ। ਵੱਖ-ਵੱਖ ਵਿਦਵਾਨਾਂ ਨੇ ਕਾਵਿ ਦੇ ਵੱਖ-ਵੱਖ ਤੱਤਾਂ ਅਲੰਕਾਰ, ਰਸ, ਧੁਨੀ, ਰੀਤੀ, ਵਕ੍ਰੋਕਤੀ ਆਦਿ ਨੂੰ ਆਪਣੀ ਆਪਣੀ ਨਿੱਜੀ ਦ੍ਰਿਸ਼ਟੀ ਤੋਂ ਵਿਆਖਿਆ ਕਰਕੇ ਕਾਵਿ ਦੀ ਆਤਮਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਵਿਆਖਿਆ ਦੇ ਆਧਾਰ 'ਤੇ ਹੀ ਸੰਸਕ੍ਰਿਤ ਵਿੱਚ ਕਈ ਸੰਪਰਦਾਵਾਂ ਪੈਦਾ ਹੋਈਆਂ ਜਿਨ੍ਹਾਂ ਨੇ ਆਪਣੇ ਕਿਸੇ ਇੱਕ ਤੱਤ ਨੂੰ ਪ੍ਰਮੁੱਖ ਤੌਰ 'ਤੇ ਕਾਵਿ ਦੀ ਆਤਮਾ ਭਾਵ ਕਾਵਿ ਦਾ ਮੂਲ ਤੱਤ ਮੰਨਦੇ ਹੋਏ ਕਾਵਿ ਦੇ ਬਾਕੀ ਜ਼ਰੂਰੀ ਤੱਤਾਂ ਨੂੰ ਉਸਦੇ ਅੰਗ ਸਵੀਕਾਰ ਕੀਤਾ। ਇਸੇ ਮੂਲ ਤੱਤ ਦੇ ਨਾਂ ਦੇ ਆਧਾਰ 'ਤੇ ਹੀ ਇਹ 6 ਸੰਪਰਦਾਵਾਂ ਰਸ ਸੰਪਰਦਾਇ, ਧੁਨੀ ਸੰਪਰਦਾਇ, ਅਲੰਕਾਰ, ਰੀਤੀ, ਵਕ੍ਰੋਕਤੀ ਅਤੇ ਔਚਿਤਯ ਹੋਂਦ ਵਿੱਚ ਆਈਆਂ। ਇਹਨਾਂ ਵਿੱਚੋਂ ਹਰੇਕ ਸੰਪਰਦਾਇ ਨੇ ਇੱਕ ਵਿਸ਼ੇਸ਼ ਤੱਤ ਨੂੰ ਕਾਵਿ ਦੀ ਆਤਮਾ ਜਾਂ ਮੂਲ ਤੱਤ ਮੰਨ ਕੇ ਦੂਜਿਆਂ ਨੂੰ ਉਸੇ ਵਿੱਚ ਅਧੀਨ ਤੌਰ 'ਤੇ ਸਮੇਟਣ ਅਤੇ ਵਲੇਟਣ ਦਾ ਯਤਨ ਕੀਤਾ ਹੈ। ਇਹਨਾਂ ਸੰਪਰਦਾਵਾਂ ਵਿੱਚ ਆਪੋ ਵਿੱਚ ਬੜਾ ਗੂੜ੍ਹਾ ਸੰਬੰਧ ਹੈ ਕਿ ਕੋਈ ਅਜਿਹਾ ਪਰਸਪਰ ਵਿਰੋਧ ਨਹੀਂ ਹੈ ਜੋ ਕਾਵਿ ਦੇ ਮੂਲ ਤੱਤਾਂ ਦੀ ਹੋਂਦ ਨੂੰ ਨਾ ਸਵੀਕਾਰ ਕਰੇ। ਭਾਵ ਸਾਰੇ ਤੱਤਾਂ ਨੂੰ ਹਰੇਕ ਸੰਪਰਦਾਇ ਮੰਨਦਾ ਜ਼ਰੂਰ ਹੈ ਪਰ ਪ੍ਰਧਾਨਤਾ ਆਪਣੇ ਵਾਲੇ ਤੱਤ ਦੀ ਹੀ ਸਵੀਕਾਰਦਾ ਹੈ। ਹੁਣ ਅਸੀਂ ਇਹਨਾਂ ਸੰਪਰਦਾਇ ਬਾਰੇ ਵਾਰੋ-ਵਾਰੀ ਚਰਚਾ ਕਰਾਂਗੇ ਕਿ ਇਹਨਾਂ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਅਤੇ ਲੱਛਣ ਹਨ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਧੁਨੀ ਸੰਪਰਦਾਇ। ਦੋਸਤੋ, ਸੰਸਕ੍ਰਿਤ ਸਮੀਖਿਆ ਸਾਹਿਤ ਵਿੱਚ ਧੁਨੀ ਉੱਤੇ ਬਹੁਤ ਸੂਖਮਤਾ ਅਤੇ ਵਿਸਥਾਰ ਨਾਲ ਵਿਚਾਰ ਕੀਤਾ ਹੈ। ਭਾਵੇਂ ਸਪਸ਼ਟ ਤੌਰ 'ਤੇ ਧੁਨੀ ਸਿਧਾਂਤ ਦਾ ਵਰਣਨ ਬਹੁਤ ਪ੍ਰਾਚੀਨ ਸਮੇਂ ਵਿੱਚ ਨਹੀਂ ਪ੍ਰਾਪਤ ਹੁੰਦਾ, ਪਰੰਤੂ ਫਿਰ ਵੀ ਇਸ ਧੁਨੀ ਤੱਤ ਵੱਲ ਰਮਜ਼ਾਂ ਅਤੇ ਸੰਕੇਤ ਪੁਰਾਤਨ ਕਾਵਿ ਗ੍ਰੰਥਾਂ ਵਿੱਚ ਮਿਲਦੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪਿਛਲੇ ਪ੍ਰਾਚੀਨ ਸਮੇਂ ਵਿੱਚ ਵੀ ਵਿਦਵਾਨ ਧੁਨੀ ਦੀ ਮਹੱਤਤਾ ਤੋਂ ਜਾਣੂ ਸਨ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਪ੍ਰਗਟਾਓ ਕਰਦੇ ਰਹਿੰਦੇ ਸਨ। ਧੁਨੀ ਸਿਧਾਂਤ ਦੀ ਪੂਰੀ ਤਰ੍ਹਾਂ ਸਥਾਪਨਾ ਦਵਣਿਆ ਲੋਕ ਦੇ ਕਰਤਾ ਆਨੰਦ ਵਰਮਨ ਨੇ ਕੀਤੀ ਹੈ, ਜਿਸ ਨੇ ਇਸ ਦੇ ਹਰ ਅੰਗ ਤੇ ਉਪ ਅੰਗ ਉੱਤੇ ਸਾਫ਼ ਸਪਸ਼ਟ ਆਲੋਚਨਾ ਕਰਕੇ ਕਾਵਿ ਸਮੀਖਿਆ ਵਿੱਚ ਇਸ ਦਾ ਸਥਾਈ ਸਥਾਨ ਸਥਾਪਿਤ ਕਰ ਦਿੱਤਾ ਹੈ। ਦੋਸਤੋ, ਇਸ ਬਾਰੇ ਹੋਰ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਮਹੱਤਵਪੂਰਨ ਟੌਪਿਕ ਸ਼ਬਦ ਸ਼ਕਤੀਆਂ ਬਾਰੇ ਜਾਣਨਾ ਜ਼ਰੂਰੀ ਹੈ। ਦੋਸਤੋ, ਕਾਵਿ ਕਲਾ ਵਾਸਤਵ ਵਿੱਚ ਸ਼ਬਦ ਕਲਾ ਹੈ। ਸੰਗੀਤ ਕਲਾ, ਚਿੱਤਰ ਕਲਾ ਆਦਿ ਦੇ ਜਿੱਥੇ ਲੈਅ, ਸੁਰ ਅਤੇ ਰੰਗ ਆਦਿ ਆਧਾਰ ਹੁੰਦੇ ਹਨ, ਉੱਥੇ ਕਾਵਿ ਜਾਂ ਸਾਹਿਤ ਦਾ ਆਧਾਰ ਸ਼ਬਦ ਹਨ, ਜਿਹੜੇ ਕੰਠ ਦੀਆਂ ਵਿਸ਼ੇਸ਼ ਤੰਦਾਂ ਨਾਲ ਉਚਰਿਤ ਹੁੰਦੇ ਹਨ ਅਤੇ ਜਿਹੜੇ ਚਿੰਨ੍ਹਾਂ ਦੁਆਰਾ ਅੱਖਰਾਂ ਅਤੇ ਅੱਖਰ ਸਮੂਹਾਂ ਦਾ ਰੂਪ ਧਾਰਨ ਕਰਕੇ ਲਿਖਤ ਰੂਪ ਵਿੱਚ ਸਥਾਈ ਬਣਾਏ ਜਾਂਦੇ ਹਨ। ਇੱਥੇ ਇੱਕ ਵਰਣਨਯੋਗ ਗੱਲ ਹੈ ਕਿ ਇੱਕੋ ਹੀ ਸ਼ਬਦ ਦੁਆਰਾ ਇੱਕੋ ਹੀ ਖਾਸ ਭਾਵ ਦਾ ਗਿਆਨ ਨਾ ਹੋ ਕੇ ਕਈ ਭਾਵਾਂ ਦਾ ਗਿਆਨ ਹੁੰਦਾ ਹੈ। ਇਸ ਲਈ ਇੱਕ ਸ਼ਬਦ ਦੇ ਅਨੇਕ ਅਰਥ
ਉਜਾਗਰ ਹੁੰਦੇ ਵੇਖੇ ਜਾਂਦੇ ਹਨ। ਸ਼ਬਦ ਦੇ ਇਸ ਅਨੇਕ ਅਰਥੀ ਸੁਭਾਅ ਨੂੰ ਮੁੱਖ ਰੱਖਦਿਆਂ ਸੰਸਕ੍ਰਿਤ ਦੇ ਵਿਦਵਾਨਾਂ ਨੇ ਸ਼ਬਦ ਦੀਆਂ ਇੱਕ ਤੋਂ ਵਧੇਰੇ ਸ਼ਕਤੀਆਂ ਮੰਨੀਆਂ ਹਨ, ਜਿਨ੍ਹਾਂ ਸ਼ਕਤੀਆਂ ਦੇ ਰਾਹੀਂ ਉਹ ਸ਼ਬਦ ਭਿੰਨ ਭਿੰਨ ਅਰਥਾਂ ਦੇ ਗਿਆਨ ਦੇਣ ਵਿੱਚ ਸਮਰੱਥ ਹੁੰਦੇ ਹਨ। ਦੋਸਤੋ, ਇਹ ਸ਼ਕਤੀਆਂ ਹਨ ਅਭਿਧਾ, ਲੱਖਣਾਂ ਅਤੇ ਵਿਅੰਜਨਾਂ। ਇਹਨਾਂ ਦੇ ਅਰਥ ਸਮਝਣ ਲਈ ਇੱਕ ਉਦਾਹਰਨ ਲੈਂਦੇ ਹਾਂ। ਇੱਕ ਸ਼ਬਦ ਹੈ ਗਧਾ। ਗਧਾ ਸ਼ਬਦ ਤੋਂ ਭਾਵ ਸਿੰਗਾਂ ਤੋਂ ਰਹਿਤ ਚੌਂ ਟੰਗਾਂ ਵਾਲਾ ਪਸ਼ੂ ਹੈ। ਫਿਰ ਇਸ ਦਾ ਦੂਸਰਾ ਅਰਥ ਨਿਕਲਦਾ ਹੈ ਇੱਕ ਖਾਸ ਵਿਅਕਤੀ। ਫਿਰ ਇਹ ਸ਼ਬਦ ਮੂਰਖਤਾ ਜਿਹੇ ਅਰਥਾਂ ਦੀ ਵਾਕਫੀਅਤ ਵੀ ਕਰਾ ਸਕਦਾ ਹੈ। ਇਹਨਾਂ ਅਰਥਾਂ ਨੂੰ ਜਾਣਨ ਲਈ ਇਸ ਦੀਆਂ ਵੱਖ-ਵੱਖ ਸ਼ਬਦ ਸ਼ਕਤੀਆਂ ਕੰਮ ਕਰਦੀਆਂ ਹਨ। ਪਹਿਲੇ ਤੌਰ 'ਤੇ ਅਭਿਧਾ ਸ਼ਕਤੀ ਹੈ, ਜਿਸ ਤੋਂ ਸ਼ਾਬਦਿਕ ਅਰਥ ਸਿੰਗਾਂ ਤੋਂ ਰਹਿਤ ਚੌਂ ਟੰਗਾਂ ਵਾਲਾ ਪਸ਼ੂ ਪ੍ਰਾਪਤ ਹੁੰਦਾ ਹੈ। ਦੂਸਰਾ ਖਾਸ ਵਿਅਕਤੀ ਲੱਖਣਾ ਸ਼ਕਤੀ ਕਰਕੇ ਹੈ ਅਤੇ ਮੂਰਖਤਾ ਵਾਲੇ ਅਰਥ ਜੋ ਵਿਅੰਜਨਾ ਸ਼ਕਤੀ ਦੀ ਸਹਾਇਤਾ ਨਾਲ ਪ੍ਰਾਪਤ ਹੁੰਦੇ ਹਨ। ਇਸ ਪ੍ਰਕਾਰ ਇਹਨਾਂ ਅਰਥਾਂ ਨੂੰ ਜਾਣਨ ਲਈ ਹਰ ਸੂਰਤ ਵਿੱਚ ਇੱਕ ਵੱਖਰੀ ਸ਼ਬਦ ਸ਼ਕਤੀ ਹੈ। ਇੱਕ ਸੂਰਤ ਵਿੱਚ ਸ਼ਬਦ ਦਾ ਸਿੱਧਾ ਅਰਥ ਸੂਚਿਤ ਹੁੰਦਾ ਹੈ ਅਤੇ ਬਾਕੀ ਦੋ ਸੂਰਤਾਂ ਵਿੱਚ ਵਿੰਗਾ ਟੇਢਾ। ਇਹਨਾਂ ਸ਼ਕਤੀਆਂ ਨੂੰ ਹੀ ਸੰਸਕ੍ਰਿਤ ਵਿੱਚ ਤਰਤੀਬਵਾਰ ਅਭਿਧਾ, ਲੱਖਣਾ ਅਤੇ ਵਿਅੰਜਨਾ ਸ਼ਕਤੀਆਂ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਸ਼ਕਤੀ ਤਾਤਪਰਯ ਮੰਨੀ ਜਾਂਦੀ ਹੈ। ਅਸਲ ਵਿੱਚ ਇਹ ਸ਼ਬਦ ਦੀ ਸ਼ਕਤੀ ਨਾ ਹੋ ਕੇ ਵਾਕ ਦੀ ਸ਼ਕਤੀ ਹੈ। ਦੋਸਤੋ, ਸ਼ਬਦ ਦੇ ਮੁੱਖ ਅਤੇ ਪਹਿਲੇ ਸੰਕੇਤਕ ਅਰਥ ਨੂੰ ਪ੍ਰਗਟਾਉਣ ਵਾਲੀ ਸ਼ਕਤੀ ਅਭਿਧਾ ਹੈ ਅਤੇ ਮੁੱਖ ਅਰਥ ਦੀ ਰੋਕ, ਉਸ ਨਾਲ ਕੋਈ ਸੰਬੰਧ, ਰੂੜੀ ਜਾਂ ਕੋਈ ਮਨੋਰਥ, ਇਹਨਾਂ ਤਿੰਨਾਂ ਹੇਤੂਆਂ ਦੇ ਕਾਰਨ ਨਵੇਂ ਅਗਲੇ ਅਰਥ ਨੂੰ ਉਜਾਗਰ ਕਰਨ ਵਾਲੀ ਸ਼ਕਤੀ ਲੱਖਣਾ ਹੈ। ਆਨੰਦਵਰਧਨ ਨੇ ਲਿਖਿਆ ਹੈ ਕਿ ਮਹਾਂਕਵੀਆਂ ਦੇ ਕਾਵਿ ਵਿੱਚ ਆਮ ਅਰਥ ਤੋਂ ਭਿੰਨ ਇੱਕ ਹੋਰ ਹੀ ਗੁੱਝੇ ਅਰਥ ਦੀ ਪ੍ਰਤੀਤੀ ਹੁੰਦੀ ਹੈ। ਜਿਸ ਤਰ੍ਹਾਂ ਸੁੰਦਰੀ ਦੇ ਵੱਖ-ਵੱਖ ਅੰਗਾਂ ਦੀ ਭਿੰਨ-ਭਿੰਨ ਸੁੰਦਰਤਾ ਤੋਂ ਇਲਾਵਾ ਸਮੁੱਚੇ ਤੌਰ 'ਤੇ ਇੱਕ ਪ੍ਰਭਾਵਸ਼ਾਲੀ ਸਜੀਲਾਪਣ ਹੁੰਦਾ ਹੈ, ਇਹ ਪ੍ਰਤੀਤ ਹੋਣ ਵਾਲਾ ਅਰਥ ਜਾਂ ਪ੍ਰਤੀਤੀਮਾਨ ਅਰਥ ਨਾ ਤਾਂ ਅਭਿਧਾ ਸ਼ਕਤੀ ਰਾਹੀਂ ਗ੍ਰਹਿਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਲੱਖਣਾ ਰਾਹੀਂ। ਇਸ ਲਈ ਇਸ ਪ੍ਰਤੀਤੀਮਾਨ ਅਰਥ ਨੂੰ ਗ੍ਰਹਿਣ ਕਰਨ ਲਈ ਇੱਕ ਅਜਿਹੀ ਸ਼ਕਤੀ ਮੰਨੀ ਹੈ ਜਿੱਥੇ ਸ਼ਬਦ ਅਤੇ ਅਰਥ ਅਪ੍ਰਧਾਨ ਰਹਿ ਕੇ ਉਸ ਅਰਥ ਨੂੰ ਸੁਝਾਉਂਦੇ ਹਨ। ਇਸੇ ਸ਼ਕਤੀ ਨੂੰ ਵਿਅੰਜਨਾ ਕਹਿੰਦੇ ਹਨ, ਕਿਉਂਕਿ ਇਹ ਸ਼ਬਦਾਂ ਵਿੱਚ ਲੁਕੇ ਛਿਪੇ ਅਰਥਾਂ ਨੂੰ ਇੱਕ ਚਮਤਕਾਰੀ ਰੂਪ ਵਿੱਚ ਪ੍ਰਕਾਸ਼ਿਤ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਭਾਵ ਹੈ ਕਿ ਜਿੱਥੇ ਸ਼ਬਦ ਦੀ ਪਹਿਲੀ ਸ਼ਕਤੀ ਅਭਿਧਾ ਅਤੇ ਦੂਜੀ ਲੱਖਣਾ ਜ਼ੋਰ ਲਾ ਕੇ ਮੁੱਕ ਜਾਵੇ, ਫਿਰ ਵੀ ਇੱਕ ਹੋਰ ਅਰਥ ਦਿਖਾਈ ਦੇਵੇ, ਉਸ ਦਿਸਦੇ ਅਰਥ ਨੂੰ ਇੱਕ ਸਹੀ ਢਾਂਚੇ ਵਿੱਚ ਦਰਸਾਉਣ ਲਈ ਜਿਸ ਸ਼ਕਤੀ ਦਾ ਆਸਰਾ ਲਿਆ ਜਾਂਦਾ ਹੈ, ਉਹ ਹੀ ਵਿਅੰਜਨਾ ਹੈ। ਦੋਸਤੋ, ਇੱਥੇ ਸ਼ਬਦ ਅਤੇ ਅਰਥ ਬਾਰੇ ਵੀ ਸਮਝਣਾ ਜ਼ਰੂਰੀ ਹੈ। ਸ਼ਬਦ ਧੁਨੀਆਂ ਜਾਂ ਵਰਨਾਂ ਦਾ ਉਹ ਸੁਮੇਲ ਹੈ ਜਿਸ ਤੋਂ ਕਿਸੇ ਕੰਮ ਦੇ ਭਾਵ ਦੀ ਪ੍ਰਤੀਤੀ ਹੁੰਦੀ ਹੈ ਅਤੇ ਅਰਥ ਉਹ ਹੈ ਜਿੱਥੇ ਸ਼ਬਦ ਦਾ ਸੰਕੇਤ ਹੋਵੇ ਅਤੇ ਸ਼ਬਦ ਅਤੇ ਅਰਥ ਦਾ ਸੰਬੰਧ ਇੱਕ ਪਰੰਪਰਾਗਤ ਸੰਬੰਧ ਹੈ। ਦੋਸਤੋ, ਇਹਨਾਂ ਦੇ ਆਧਾਰ 'ਤੇ ਹੁਣ ਅਸੀਂ ਧੁਨੀ ਨੂੰ ਪਰਿਭਾਸ਼ਿਤ ਕਰਦੇ ਹਾਂ। ਦੋਸਤੋ, ਧੁਨੀ ਸ਼ਬਦ ਦਾ ਭਾਵ ਜਾਂ ਅੱਖਰੀ ਅਰਥ ਹੈ ਸੁਝਾਉ, ਸੰਕੇਤਕ, ਰਮਜੀ ਜਾਂ ਪ੍ਰਤੀਤੀਮਾਨ ਅਰਥ ਸ਼ਬਦ ਜਾਂ ਕਾਵਿ। ਆਮ ਤੌਰ 'ਤੇ ਧੁਨੀ ਸ਼ਬਦ ਦਾ ਕੋਸ਼ ਅਰਥ ਹੈ ਸਵਰ, ਗੂੰਜ। ਆਨੰਦਵਰਧਨ ਦੇ ਅਨੁਸਾਰ ਜਿੱਥੇ ਸ਼ਬਦ ਅਤੇ ਅਰਥ ਦੋਵੇਂ ਆਪਣੇ ਆਪ ਨੂੰ ਅਪ੍ਰਧਾਨ ਬਣਾ ਕੇ ਵਿਅੰਜਨਾ ਸ਼ਕਤੀ ਦੇ ਜ਼ੋਰ ਨਾਲ ਵਿਅੰਗਾਰਥ ਪ੍ਰਤੀਤੀਮਾਨ ਨੂੰ ਪ੍ਰਗਟਾਉਂਦੇ ਹਨ, ਉਸ ਕਾਵਿ ਨੂੰ ਧੁਨੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਜਿੱਥੇ ਮੁੱਖ ਅਰਥ ਨਾਲੋਂ ਵਿਅੰਗਾਰਥ ਅਰਥ ਵਧੇਰੇ ਚਮਤਕਾਰ ਅਤੇ ਵਧੇਰੇ ਕਾਵਿਕ ਸੁਹਜ ਹੋਵੇ, ਉਸ ਨੂੰ ਧੁਨੀ ਕਿਹਾ ਜਾਂਦਾ ਹੈ। ਭਾਵ ਕਿ ਜਿੱਥੇ ਸੰਕੇਤਕ ਜਾਂ ਸਧਾਰਨ ਅੱਖਰੀ ਅਰਥ ਵਿੱਚੋਂ ਕਿਸੇ ਨਵੇਂ ਚਮਤਕਾਰੀ ਅਤੇ ਰਮਣੀਕ ਅਰਥ ਦੀ ਪ੍ਰਤੀਤੀ ਹੁੰਦੀ ਹੋਵੇ, ਜਿਹੜੀ ਵਿਅੰਜਨਾ ਸ਼ਕਤੀ ਦੁਆਰਾ ਪ੍ਰਗਟ ਹੁੰਦੀ ਹੋਵੇ, ਉਸ ਨੂੰ ਧੁਨੀ ਕਾਵਿ ਕਿਹਾ ਜਾਂਦਾ ਹੈ। ਪਰੰਤੂ ਜਿੱਥੇ ਵਿਅੰਗਾਰਥ ਮੁੱਖ ਅਰਥ ਨਾਲੋਂ ਵਿਸ਼ੇਸ਼ ਚਮਤਕਾਰੀ ਅਤੇ ਅਲੌਕਿਕ ਨਹੀਂ, ਉਸ ਕਾਵਿ ਜਾਂ ਮੁਕਤਕ ਨੂੰ ਧੁਨੀ ਕਾਵਿ ਨਹੀਂ ਕਿਹਾ ਜਾ ਸਕਦਾ। ਇਸ ਪ੍ਰਕਾਰ ਧੁਨੀ ਦਾ ਆਧਾਰ ਵਿਅੰਜਨਾ ਨਾਂ ਦੀ ਸ਼ਬਦ ਸ਼ਕਤੀ ਹੈ, ਜਿਸ ਦੁਆਰਾ ਪ੍ਰਾਪਤ ਵਿਅੰਗਾਰਥ ਹੀ ਧੁਨੀ ਕਾਵਿ ਦੀ ਜੜ ਹੈ। ਦੋਸਤੋ, ਹੁਣ ਗੱਲ ਕਰਦੇ ਹਾਂ ਧੁਨੀ ਦੇ ਵੱਖ-ਵੱਖ
ਭੇਦਾਂ ਦੀ। ਧੁਨੀ ਦੇ 3 ਭੇਦ ਹਨ। ਨੰਬਰ 1 ਵਸਤੂ ਧੁਨੀ, ਨੰਬਰ 2 ਅਲੰਕਾਰ ਧੁਨੀ ਅਤੇ ਰਸ ਧੁਨੀ। ਜਿੱਥੇ ਵਿਅੰਗਾਰਥ ਦੀ ਸ਼ਕਲ ਵਿੱਚ ਕਿਸੇ ਯਥਾਰਥਕ ਭਾਂਤ ਦੀ ਗੱਲ ਨੂੰ ਸੁਝਾਇਆ ਜਾਵੇ, ਕੋਈ ਰਸ ਜਾਂ ਅਲੰਕਾਰ ਨਾ ਹੋਵੇ, ਉਸ ਨੂੰ ਵਸਤੂ ਧੁਨੀ ਕਿਹਾ ਜਾਂਦਾ ਹੈ। ਅਲੰਕਾਰ ਧੁਨੀ ਵਿੱਚ ਵਿਅੰਗ ਕਿਸੇ ਅਲੰਕਾਰ ਦਾ ਰੂਪ ਧਾਰਨ ਕਰਦਾ ਹੈ, ਅਰਥਾਤ ਵਿਅੰਗ ਕਿਸੇ ਅਲੰਕਾਰ ਨੂੰ ਸੁਝਾਉਂਦਾ ਹੈ। ਜਿੱਥੇ ਵਿਅੰਗਾਰਥ ਕੋਈ ਰਸ ਰੂਪ ਵਿੱਚ ਬਦਲਦਾ ਹੋਵੇ, ਉੱਥੇ ਰਸ ਧੁਨੀ ਹੁੰਦੀ ਹੈ। ਇਹਨਾਂ ਤਿੰਨਾਂ ਵਿੱਚੋਂ ਸੰਸਕ੍ਰਿਤ ਵਿਦਵਾਨਾਂ ਨੇ ਰਸ ਧੁਨੀ ਨੂੰ ਸਭ ਤੋਂ ਉੱਤਮ ਮੰਨਿਆ ਹੈ। ਦੋਸਤੋ, ਅਵਿਦਾ ਅਤੇ ਲੱਖਣਾ ਸ਼ਬਦ ਸ਼ਕਤੀਆਂ ਦੇ ਆਧਾਰ 'ਤੇ ਵੀ ਧੁਨੀ ਦੇ 2 ਭੇਦ ਮੰਨੇ ਜਾਂਦੇ ਹਨ, ਅਵਿਦਾ ਮੂਲਕ ਧੁਨੀ ਅਤੇ ਲੱਖਣਾ ਮੂਲਕ ਧੁਨੀ। ਜਿਸ ਦੇ ਮੂਲ ਵਿੱਚ ਅਵਿਦਾ ਯਾਨੀ ਮੁੱਖ ਅਰਥ ਸੰਬੰਧ ਹੋਵੇ, ਉਸ ਨੂੰ ਅਵਿਦਾ ਮੂਲਕ ਧੁਨੀ ਕਹਿੰਦੇ ਹਨ। ਜਿੱਥੇ ਮੂਲ ਰੂਪ ਵਿੱਚ ਲੱਖਣਾ ਹੋਵੇ, ਉਸ ਨੂੰ ਲੱਖਣਾ ਮੂਲਕ ਧੁਨੀ ਕਹਿੰਦੇ ਹਨ। ਸਮੁੱਚੇ ਰੂਪ ਵਿੱਚ ਧੁਨੀ ਸਿਧਾਂਤ ਰਸ ਸਿਧਾਂਤ ਦਾ ਹੀ ਇੱਕ ਵਿਸਥਾਰ ਰੂਪ ਹੈ। ਰਸ ਸਿਧਾਂਤ ਦੀ ਸਥਾਪਨਾ ਭਰਤ ਮੁਨੀ ਨੇ ਕੀਤੀ ਹੈ। ਧੁਨੀਕਾਰਾਂ ਨੇ ਰਸ ਸਿਧਾਂਤ ਨੂੰ ਧੁਨੀ ਵਿੱਚ ਸ਼ਾਮਲ ਕਰਕੇ ਧੁਨੀ ਨੂੰ ਕਾਵਿ ਦੀ ਆਤਮਾ ਮੰਨਿਆ ਅਤੇ ਕਾਵਿ ਖੰਡਾਂ ਅਤੇ ਮੁਕਤਕਾਂ ਵਿੱਚ ਕਾਵਿਕਤਾ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ ਅਤੇ ਨਾਲ ਹੀ ਰੂਪਕਾਂ ਤੋਂ ਬਿਨਾਂ ਕਾਵਿ ਸਾਹਿਤ ਵਿੱਚ ਵੀ ਰਸ ਦੀ ਹੋਂਦ ਅਤੇ ਪ੍ਰਾਪਤੀ ਹੋਣ ਦਾ ਸਿਧਾਂਤ ਪੇਸ਼ ਕੀਤਾ। ਇਸ ਤਰ੍ਹਾਂ ਧੁਨੀ ਸਿਧਾਂਤ ਦਾ ਖੇਤਰ ਧੁਨੀਵਾਦੀ ਆਨੰਦਵਰਧਨ ਦੇ ਹੱਥੀਂ ਸਰਬਛੋਹੀ ਅਤੇ ਵਿਸ਼ਾਲ ਹੋ ਨਿਬੜਿਆ। ਦੋਸਤੋ, ਉਮੀਦ ਹੈ ਹੁਣ ਤੱਕ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। NTA UGC ਨੈੱਟ ਦੀ ਤਿਆਰੀ ਲਈ ਅਗਲੇ ਲੈਕਚਰ ਸੁਣਨ ਲਈ ਸਾਡੇ ਰੂਮ ਅਕੈਡਮੀ ਦੇ YouTube ਚੈਨਲ ਨਾਲ ਜੁੜੇ ਰਹੋ। ਧੰਨਵਾਦ।